ਹੈਲੋ एवरीवन, सब ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬ ਲਈ ਇੱਕ ਬਹੁਤ ਸੁਨਹਿਰਾ ਮੌਕਾ ਹੈ ਜੀ ਤੇ ਪਰਸੋਂ ਹੀ ਪਟਵਾਰੀ ਦੀ ਵੈਕੈਂਸੀ ਆ ਕੇ ਚੁੱਕੀ ਹੈ ਤੇ ਅੱਜ ਆਪਾਂ ਨੂੰ ਹਾਈ ਕੋਰਟ ਦੀ ਵੈਕੈਂਸੀ ਮਿਲ ਰਹੀ ਹੈ। ਇਹ 2022 ਨਾਲੋਂ ਕਾਫੀ ਡਿਫਰੈਂਟ ਹੈ। ਕੀ ਡਿਫਰੈਂਸ ਹੈ ਤੇ ਪੇਪਰ ਦਾ ਪੈਟਰਨ ਕੀ ਰਹੂਗਾ, ਸਿਲੇਬਸ ਕੀ ਹੈ, ਬਹੁਤ ਜ਼ਿਆਦਾ ਡਿਫਰੈਂਸ ਹੈ ਤੇ ਪੇ ਸਕੇਲ ਕਿੰਨਾ ਹੋਊਗਾ, ਪੇਪਰ ਕਦੋਂ ਹੋਊਗਾ, ਇਹ ਸਾਰੀ ਗੱਲਬਾਤ ਆਪਾਂ ਕਰਾਂਗੇ। ਇਹ ਸੇਮ ਵੈਕੈਂਸੀ 2015 ਦੇ ਵਿੱਚ ਆਈ ਸੀ, ਉਹਦੀ ਨੋਟੀਫਿਕੇਸ਼ਨ ਵੀ ਮੈਂ ਤੁਹਾਨੂੰ ਦਿਖਾ ਦੂੰਗਾ ਜੀ। ਤੇ ਲਗਭਗ ਐ ਲਾ ਲਓ ਵੀ 7.5-8 ਸਾਲ ਬਾਅਦ ਇਹ ਵੈਕੈਂਸੀ ਆਈ ਹੈ ਜੀ। ਤਾਂ ਸਟੂਡੈਂਟਸ ਦੀ ਸੁਨਹਿਰੀ ਮੌਕਾ ਹੈ। ਸਭ ਤੋਂ ਪਹਿਲਾਂ ਤਾਂ ਇੱਕ ਚੀਜ਼ ਇਹ ਧਿਆਨ ਰੱਖਣੀ ਹੈ, ਜਿਹੜੇ ਸਟੂਡੈਂਟਸ ਮੈਂ ਚਲੋ ਵੈਕੈਂਸੀ ਬਾਰੇ ਤੁਹਾਨੂੰ ਦੱਸ ਦੇਣਾ ਜੀ। ਇਹ ਵੈਕੈਂਸੀ ਜਿਹੜੀ ਹੈਗੀ ਹੈ ਜੀ 24 ਫਰਵਰੀ ਨੂੰ ਹੀ ਆਊਟ ਹੋਈ ਹੈ, ਮਤਲਬ ਇਹ ਆਊਟ ਅੱਜ ਹੀ ਹੋਈ ਹੈ, 25 ਨੂੰ ਹੋਈ ਹੈ ਜੀ ਇਹ। ਤੇ ਇਹ ਤੁਸੀਂ ਸਟਾਰਟ 24 ਨੂੰ ਹੋ ਗਈ ਸੀ ਤੇ ਐ ਸਮਝ ਲਓ ਤੇ 17 ਮਾਰਚ ਤੱਕ ਜਿਹੜੀ ਹੈਗੀ ਹੈ ਜੀ ਇਹ ਚੱਲੂਗੀ, ਠੀਕ ਹੈ ਜੀ। ਤਾਂ ਇਹ 17 ਮਾਰਚ ਤੱਕ ਤੁਸੀਂ ਇਹਨੂੰ ਫਿਲ ਕਰ ਸਕਦੇ ਹੋ। ਟੋਟਲ ਨੰਬਰ ਆਫ ਵੈਕੈਂਸੀਜ਼ ਕਿੰਨੀਆਂ ਨੇ ਜੀ 157। ਸੇਮ ਵੈਕੈਂਸੀ 2015 ਦੇ ਵਿੱਚ ਆ, ਦੇਖੋ 2015 ਦੀ ਐਡਵਰਟੀਜ਼ਮੈਂਟ ਹੈ ਉਹਦੇ ਵਿੱਚ ਨਿਕਲੀ ਸੀ। ਤਾਂ ਇਹਦੇ ਵਿੱਚ ਲਗਭਗ ਵੈਕੈਂਸੀਜ਼ ਹੈਗੀਆਂ ਸੀ 283। ਹੁਣ ਇਹਦੇ ਤੇ 2022 ਵਾਲੇ 'ਚ ਕੀ ਫਰਕ ਹੈ, ਜਿਹੜੀ ਹੁਣ ਵੈਕੈਂਸੀ ਨਿਕਲੀ ਹੈ ਜੀ ਤਾਂ 2022 ਵਾਲੇ 'ਚ ਕੀ ਫਰਕ ਹੈ। 2022 ਵਾਲੇ ਦੇ ਵਿੱਚ ਸਬਆਰਡੀਨੇਟ ਕੋਰਟਸ ਸੀਗੇ, ਤੁਹਾਨੂੰ ਪੰਜਾਬ ਦੇ ਵਿੱਚ ਕੋਈ ਡਿਸਟ੍ਰਿਕਟ ਲੈਵਲ ਤੇ ਕੋਈ ਕੋਰਟ ਮਿਲਣਾ ਸੀਗਾ। ਇਹ ਜਿਹੜੀ ਐਕਚੁਅਲ 'ਚ ਜਿਹੜੀ ਸਿਟਿੰਗ ਹੋਊਗੀ ਤੁਹਾਡੀ ਜੌਬ ਹੋਊਗੀ ਉਹ ਚੰਡੀਗੜ੍ਹ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ ਉੱਥੇ ਤੁਹਾਡੀ ਜੌਬ ਸਿਟਿੰਗ ਹੋਏਗੀ। ਤੁਸੀਂ ਉੱਥੇ ਬੈਠੋਗੇ ਤਾਂ ਤੁਹਾਡੇ ਹੱਥ 'ਚ ਜ਼ਿਆਦਾ ਪਾਵਰ ਹੋਊਗੀ, ਓਬਵੀਅਸ ਜੀ ਗੱਲ ਹੈ ਨਾ। ਤਾਂ ਇਹ ਜੌਬ ਦਾ ਅਹੁਦਾ ਮੇਰੇ ਹਿਸਾਬ ਨਾਲ ਜ਼ਿਆਦਾ ਵੱਡਾ, ਕਿਤੇ ਜ਼ਿਆਦਾ ਵੱਡਾ, ਕਿਉਂਕਿ ਜਿਹੜਾ ਇਨਸਾਨ ਹਾਈ ਕੋਰਟ ਦੇ ਵਿੱਚ ਆ ਕੇ ਬੈਠਾ ਹੈ ਉਹਦੀ ਤਾਂ ਵੈਸੇ ਹੀ ਰੈਪੂਟੇਸ਼ਨ ਬਹੁਤ ਹੈ, ਵੈਸੇ ਹੀ ਉਹਦੀ ਪਹੁੰਚ ਬਹੁਤ ਹੈ, ਕਲਰਕ ਦੀ ਪਹੁੰਚ ਬਹੁਤ ਹੁੰਦੀ ਹੈ ਜੀ, ਠੀਕ ਹੈ ਜੀ। ਤੇ ਹੁਣ ਤੁਸੀਂ ਦੇਖੋਗੇ ਵੀ ਇਹ 'ਚ ਟੋਟਲ ਨੰਬਰ ਆਫ ਵੈਕੈਂਸੀਜ਼ ਕਿੰਨੀਆਂ ਨੇ 157 ਨੇ ਜੀ, ਜਿਹਦੇ ਵਿੱਚੋਂ ਜਨਰਲ ਦੀਆਂ 109, SC ST BC ਦੇ 14, ESM ਦੀਆਂ ਐਕਸ ਸਰਵਿਸਮੈਨ ਜਿਹੜੇ ਹੈਗੇ 20 ਐਂਡ ਪਰਸਨ ਵਿਦ ਸਪੈਸ਼ਲ ਐਬਿਲਿਟੀ ਇਹ ਤੁਸੀਂ ਦੇਖ ਸਕਦੇ ਹੋ 7 ਨੇ ਜੀ, ਠੀਕ ਹੈ। ਹੁਣ ਇਹਨਾਂ ਨੇ ਸੈਲਰੀ ਜਿਹੜੀ ਹੈਗੀ ਹੈ ਇਹਦੇ ਵਿੱਚ ਮੈਂਸ਼ਨ ਨਹੀਂ ਕੀਤੀ, ਓਬਵੀਅਸਲੀ ਤਾਂ ਨਹੀਂ ਕੀਤੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਹਾਈ ਕੋਰਟ ਨੇ ਹੀ 2015 ਦੀ ਨੋਟੀਫਿਕੇਸ਼ਨ ਰੱਦ ਕੀਤੀ ਹੈ ਬੇਸਿਕ ਪੇ ਵਾਲੀ, ਤਾਂ ਕਰਕੇ ਕਿਉਂਕਿ ਉਹ ਪੰਜਾਬ ਨੇ ਹਜੇ ਐਕਸੈਪਟ ਨਹੀਂ ਕੀਤੀ, ਲਾਗੂ ਨਹੀਂ ਕੀਤੀ ਹੈ ਨਾ, ਤਾਂ ਕਰਕੇ ਹਜੇ ਇਹਨਾਂ ਨੇ ਮੈਂਸ਼ਨ ਨਹੀਂ ਕੀਤੀ। ਲੇਕਿਨ ਕਲਰਕ ਵਾਲੇ ਪੇ ਸਕੇਲ ਮਿਲੋ ਲਾਸਟ ਈਅਰ ਜੋ ਆਇਆ ਸੀਗਾ 2015 'ਚੋਂ ਆਇਆ ਸੀਗਾ ਉਹ ਆ ਸੀ ਜੀ, ਤੁਸੀਂ ਦੇਖ ਸਕਦੇ ਹੋ। ਉਸ ਟਾਈਮ ਤੇ ਪੰਜਾਬ ਦਾ ਕਲਰਕ ਦਾ ਗ੍ਰੇਡ ਪੇ ਕੀ ਚੱਲਦਾ ਸੀਗਾ, ਬੇਸਿਕ ਪੇ ਸਕੇਲ ਕੀ ਸੀ 10,300 ਤੋਂ ਲੈ ਕੇ 34,800 ਪਲੱਸ 3200 ਗ੍ਰੇਡ ਪੇ। ਹੁਣ ਤੁਹਾਨੂੰ ਪਤਾ ਹੈ ਕਿ 2019 ਦੇ ਵਿੱਚ 20 ਦੇ ਵਿੱਚ ਮੈਨੂੰ ਲੱਗਦਾ ਸੈਂਟਰਲ ਵਾਲਾ ਕਰਤਾ ਸੀਗਾ, ਤਾਂ ਹੁਣ 19,900 ਤੋਂ ਲੈ ਕੇ 29,000 ਤੱਕ ਜਿਹੜਾ ਬਣਦਾ ਜੀ। ਅਗਰ ਫੁੱਲ ਮਿਲੂਗਾ ਤਾਂ 29,000 ਮਿਲੂਗਾ, ਅਗਰ ਬੇਸਿਕ ਮਿਲੂਗਾ ਤਾਂ 19,900 ਮਿਲੂਗਾ, ਠੀਕ ਹੈ ਜੀ। ਤਾਂ ਦਿਸ ਇਜ਼ ਦਾ ਪੇ ਸਕੇਲ ਮੈਂ ਤੁਹਾਨੂੰ ਦੱਸਤਾ ਜੀ। ਐਂਡ ਉਦੋਂ ਬਾਅਦ 'ਚ ਜਿਹੜੀ ਏਜ ਹੈ ਜੀ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ, 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ 17 ਮਾਰਚ 2023 ਨੂੰ, ਠੀਕ ਹੈ ਜੀ। 18 ਤੋਂ ਘੱਟ ਨਹੀਂ ਹੋਣੀ ਚਾਹੀਦੀ, 30 ਤੋਂ ਵੱਧ ਨਹੀਂ ਹੋਣੀ ਚਾਹੀਦੀ, ਮਤਲਬ 18 ਤੋਂ 30, ਠੀਕ ਹੈ ਜੀ। ਆਹ ਤਰੀਕ ਨੂੰ ਤੁਸੀਂ ਦੇਖ ਲਿਓ। ਬਾਕੀ ਜਿਹੜੀਆਂ ਇਹਨਾਂ ਨੇ ਦਿੱਤੀਆਂ ਹੋਈਆਂ ਰਿਲੈਕਸੇਸ਼ਨ ਤੁਸੀਂ ਇਹ ਦੇਖ ਸਕਦੇ ਹੋ ਜੀ, ਠੀਕ ਹੈ। ਹੁਣ ਜਿਹੜੇ ਵੀ ਤੁਹਾਡੇ ਕੁਆਲੀਫਿਕੇਸ਼ਨ ਹੈ ਜੀ ਉਹ ਕੀ ਹੈ, ਬੈਚਲਰ ਇਨ ਆਰਟਸ, ਮਤਲਬ ਕੋਈ ਵੀ ਕਿਸੇ ਵੀ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਕੋਈ ਵੀ ਕੋਰਸ ਕੀਤਾ ਹੋਣਾ ਚਾਹੀਦਾ, ਕੋਈ ਵੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ, ਉਹ ਤੁਹਾਡੀ ਮਾਨਤਾ ਪ੍ਰਾਪਤ ਹੋਊਗੀ ਜੀ, ਮੰਨੀ ਜਾਊਗੀ। ਉਹਦੇ ਜਿਹੜੇ ਦਸਤਾਵੇਜ਼ ਨੇ ਸਰਟੀਫਿਕੇਸ਼ਨ ਨੇ ਕਿਸ ਤੋਂ ਪਹਿਲਾਂ ਪੂਰੇ ਹੋਣੇ ਚਾਹੀਦੇ ਨੇ 17 ਮਾਰਚ ਤੋਂ ਪਹਿਲਾਂ, ਠੀਕ ਹੈ ਜੀ। ਇਹ 'ਚ ਇੱਕ ਚੀਜ਼ ਦਾ ਧਿਆਨ ਰੱਖਣਾ ਕਿ 10ਵੀਂ ਦੇ ਵਿੱਚ ਚਾਹੇ ਤੁਹਾਡੀ ਹਿੰਦੀ ਕੀਤੀ ਹੋਈ ਹੈ ਚਾਹੇ ਤੁਹਾਡੀ ਪੰਜਾਬੀ ਕੀਤੀ ਹੋਈ ਹੈ, ਕਿਉਂਕਿ ਹਰਿਆਣਾ ਵਾਲੇ ਵੀ ਭਰਨਗੇ, ਚੰਡੀਗੜ੍ਹ ਵਾਲੇ ਵੀ ਭਰਨਗੇ, ਪੰਜਾਬ ਵਾਲੇ ਵੀ ਭਰਨਗੇ, ਠੀਕ ਹੈ ਜੀ। ਤਾਂ ਕਰਕੇ ਹਿੰਦੀ ਔਰ ਪੰਜਾਬੀ ਦੋਵੇਂ ਚੱਲਣਗੇ ਜੀ ਅਪ ਟੂ 10ਵੀਂ ਤੱਕ, ਠੀਕ ਹੈ ਜੀ। ਉਦੋਂ ਬਾਅਦ ਇਹਨਾਂ ਨੇ ਕਿਹਾ ਵੀ ਬਈ 10% ਪੋਸਟਾਂ 157 ਦੇ ਵਿੱਚੋਂ ਤਾਂ ਉਹ CAs ਨੂੰ ਪ੍ਰੈਫਰ ਵਗੈਰਾ ਦਿੱਤੀ ਜਾਊਗੀ, ਪ੍ਰੈਫਰੈਂਸ ਉਹਨਾਂ ਨੂੰ ਦਿੱਤੀ ਜਾਊਗੀ, ਠੀਕ ਹੈ ਜੀ। ਤਾਂ ਇਹਨਾਂ ਨੇ ਇਹ ਗੱਲ ਕਹੀ ਹੈ। ਬਾਕੀ ਤੁਹਾਡੀ ਬਈ ਏਜ ਤੇ ਕੁਆਲੀਫਿਕੇਸ਼ਨ 17 ਮਾਰਚ ਤੋਂ ਪਹਿਲਾਂ ਪੂਰੀ ਹੋਣੀ ਚਾਹੀਦੀ ਹੈ। ਫੀਸ ਵਗੈਰਾ ਤੁਸੀਂ ਦੇਖ ਸਕਦੇ ਹੋ ਦਿੱਤੀ ਹੋਈ ਹੈ, ਜਰਨਲ ਵਾਸਤੇ SC ST BC ਵਾਸਤੇ 500 ਦਿੱਤੀ ਹੋਈ ਹੈ। ਬਾਕੀ ਹਰਿਆਣਾ UT ਸਭ ਵਾਸਤੇ 500 ਰੁਪਏ ਹੀ ਹੈ, ਤੁਸੀਂ ਦੇਖ ਲਓ। ਐਗਜ਼ਾਮੀਨੇਸ਼ਨ ਫੀ ਜਿਹੜੀ ਹੈਗੀ ਹੈ ਜੀ ਹੈ ਨਾ, ਤਾਂ 500 500 500 250 500 250 500 250, ਠੀਕ ਹੈ ਜੀ। ਤਾਂ ਹੁਣ ਤੁਸੀਂ ਦੇਖ ਲਓਗੇ ਮੋਡ ਆਫ ਸਿਲੈਕਸ਼ਨ, ਠੀਕ ਹੈ ਜੀ। ਇਹ ਚੀਜ਼ ਇੰਪੋਰਟੈਂਟ ਹੈ, ਇਹ ਚੀਜ਼ ਨੂੰ ਧਿਆਨ ਨਾਲ ਸਮਝ ਲਿਓ ਜੀ, ਠੀਕ ਹੈ। ਹੁਣ ਮੇਰੇ ਨਾਲ ਪੜ੍ਹਨਾ ਜੀ। ਤਾਂ ਕੈਂਡੀਡੇਟਸ ਮੇ ਬੀ ਸ਼ਾਰਟਲਿਸਟਡ ਔਨ ਦਾ ਬੇਸਿਸ ਆਫ ਦਾ ਐਨੀ ਕ੍ਰਾਈਟੇਰੀਆ ਇੰਕਲੂਡਿੰਗ ਦ ਰਿਜ਼ਲਟ ਆਫ ਦਾ ਆਬਜੈਕਟਿਵ ਟਾਈਪ ਟੈਸਟ। ਆਬਜੈਕਟਿਵ ਟਾਈਪ ਟੈਸਟ ਹੋਊਗਾ ਜੀ, ਠੀਕ ਹੈ। 2 ਟੈਸਟ ਹੋਣਗੇ ਜੀ, ਮੈਂ ਤੁਹਾਨੂੰ ਦੱਸ ਦੇਣਾ ਪ੍ਰੀ ਐਂਡ ਮੇਨਸ, ਧਿਆਨ ਰੱਖਣਾ ਇਹ ਪ੍ਰੀ ਦੀ ਗੱਲ ਹੋ ਰਹੀ ਹੈ। ਪ੍ਰੀ ਜਿਹੜਾ ਟੈਸਟ ਹੋਊਗਾ ਆਬਜੈਕਟਿਵ MCQ ਟਾਈਪ ਹੋਊਗਾ, ਆਨਲਾਈਨ ਹੋਊਗਾ ਜੀ, ਜਿਹਦੇ ਵਿੱਚ 200 ਕੁਐਸਚਨ ਆਉਣਗੇ, ਠੀਕ ਹੈ ਜੀ। ਲਿਖ ਲਓ ਕਿੰਨੇ ਕੁਐਸਚਨ, 200 ਕੁਐਸਚਨ ਆਉਣਗੇ। ਐਂਡ ਜਿਹਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਜਨਰਲ ਨੌਲੇਜ ਆਊਗੀ, ਤੁਹਾਡੀ ਨਿਊਮੈਰੀਕਲ ਐਬਿਲਿਟੀ ਆਊਗੀ, ਤੁਹਾਡੀ ਇੰਗਲਿਸ਼ ਆਊਗੀ ਐਂਡ ਰੀਜ਼ਨਿੰਗ ਆਊਗੀ। ਕਲੈਰੀਕਲ ਐਪਟੀਟਿਊਡ ਤੇ ਜਨਰਲ ਇੰਟੈਲੀਜੈਂਸ ਵੀ ਰੀਜ਼ਨਿੰਗ ਦਾ ਪਾਰਟ ਹੁੰਦਾ। ਇਹਦੇ ਵਿੱਚ ਬੇਸਿਕਲੀ ਪਜ਼ਲਸ ਵਗੈਰਾ ਜ਼ਿਆਦਾ ਪੁੱਛੇ ਜਾਂਦੇ ਨੇ ਤੇ ਇਹਦੇ ਵਿੱਚ ਪਿਕਟੋਰੀਅਲ ਜਾਂ ਫਿਰ ਚਾਰਟਸ ਵਗੈਰਾ ਕੁਝ ਇਹੋ ਜਿਹਾ ਕੁਝ ਹੁੰਦਾ ਜੀ, ਉਹ ਇਹਦੇ ਵਿੱਚ ਰੀਜ਼ਨਿੰਗ 'ਚ ਕਵਰ ਹੋ ਜਾਂਦਾ। ਜਨਰਲ ਅਵੇਅਰਨੈਸ ਬੇਸਿਕਲੀ ਮੀਨਸ ਸਟੈਟਿਕ ਜੀਕੇ ਟਾਈਪ, ਠੀਕ ਹੈ ਜੀ। ਫੈਕਚੁਅਲ ਜਿਹੜੀ ਜੀਕੇ ਹੁੰਦੀ ਹੈ ਇਹ ਥੋੜੀ ਲੌਜੀਕਲ ਜੀਕੇ ਹੁੰਦੀ ਹੈ, ਜਿਵੇਂ ਹਿਸਟਰੀ ਹੋ ਗਈ, ਪੋਲਿਟੀ ਹੋ ਗਈ, ਜਿਓਗ੍ਰਾਫੀ ਹੋ ਗਈ, ਉਸ ਤਰੀਕੇ ਦਾ, ਠੀਕ ਹੈ ਜੀ। ਇਕਨੋਮੀ ਹੋ ਗਈ। ਤਾਂ ਇਹ ਤੁਹਾਨੂੰ ਕਿੰਨੇ ਘੰਟੇ ਮਿਲਣਗੇ, 2 ਘੰਟੇ। 2 ਘੰਟੇ ਦਾ ਮਤਲਬ ਕੀ ਹੈ 120 ਮਿੰਟ,
ਇੰਨੀ ਗੱਲ ਸਮਝ ਆ ਗਈ। ਉਸ ਤੋਂ ਬਾਅਦ ਤੁਹਾਨੂੰ ਦੱਸਿਆ ਹੋਊਗਾ ਫॉर एवरी ਕਰੈਕਟ ਆਨਸਰ ਅਵਾਰਡਡ 1 ਮਾਰਕ, ਇੱਕ ਨੰਬਰ ਮਿਲੂਗਾ ਪੋਜ਼ਿਟਿਵ ਤੇ ਨੈਗੇਟਿਵ ਤੇ 0.25 ਨੰਬਰ ਕੱਟੇ ਜਾਣਗੇ ਜੀ। ਠੀਕ ਹੈ, ਅਗਰ ਤੁਸੀਂ ਕੁਐਸਚਨ ਨੂੰ ਛੱਡ ਦੋਗੇ ਉਹਦੇ ਤੇ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਊਗੀ। ਉਸ ਤੋਂ ਬਾਅਦ ਜਿਹੜੇ ਸਟੂਡੈਂਟਸ ਇਹਨੂੰ ਕਲੀਅਰ ਕਰ ਲੈਣਗੇ ਕੈਂਡੀਡੇਟਸ ਇਕੁਇਵਲੈਂਟ ਟੂ 5 ਟਾਈਮਸ बुलाए जाएंगे पोस्टां जिवें कैटेगरी वाइज। ठीक है, कैटेगरी वाइज 5 टाइम्स। जिवें हम सपोज करो इन्होंने जनरल च दिखाई ने कितनी पोस्टां ने 109 ने, तो 109 का 5 गुना। ठीक है, 545 स्टूडेंट जनरल कैटेगरी वास्ते सदनगे मेन्स वास्ते। ठीक है जी, हुण आपां मेन्स की गल करते हैं। एवें ही सारी दूसरी कैटेगरीज, ठीक है, एवें ही 14 का 5 गुना। ठीक है, एवें 20 का 5 गुना, एवें ही इहदा 14 का 5 गुना। हुण तुसीं देखोगे हाँ जी ਇੰਨੀ ਗੱਲ ਸਮਝ ਆ ਗਈ। ਤੁਸੀਂ ਦੇਖੋਗੇ 2015 ਦੇ ਵਿੱਚ ਉਹਨਾਂ ਨੇ 10 ਗੁਣਾ ਸੱਦੇ ਸੀ, ਲੇਕਿਨ ਹੁਣ ਉਹ ਕਿੰਨੇ ਗੁਣਾ ਸੱਦ ਰਹੇ ਨੇ? 5 ਗੁਣਾ ਸੱਦ ਰਹੇ। ਠੀਕ ਹੈ ਜੀ, ਤਾਂ ਹੁਣ ਤੁਸੀਂ ਦੇਖੋਗੇ ਮੇਨਸ ਵਾਸਤੇ। ਠੀਕ ਹੈ, ਆ ਸੀਗਾ ਦਾ ਵੈਕੈਂਸੀਜ਼ ਇਨ ਆਰਡਰ ਟੂ ਮੈਰਿਟ ਵਿਡ ਬੀ ਸ਼ਾਰਟਲਿਸਟ ਫॉर द ਮੇਨਸ ਰਿਟਨ ਐਗਜ਼ਾਮੀਨੇਸ਼ਨ। ਮੇਨਸ ਦਾ ਵੀ ਰਿਟਨ ਐਗਜ਼ਾਮੀਨੇਸ਼ਨ ਹੋਊਗਾ। ਠੀਕ ਹੈ ਜੀ, ਥਰੂ ਆਬਜੈਕਟਿਵ ਟਾਈਪ ਕੰਪਿਊਟਰ ਬੇਸਡ ਟੈਸਟ ਸ਼ੈਲ ਬੀ ਪ੍ਰੀਪੇਅਰਡ ਔਨ ਦ ਬੇਸਿਸ ਆਫ ਨੋਰਮਲਾਈਜੇਸ਼ਨ ਮਾਰਕਸ। ਨੋਰਮਲਾਈਜੇਸ਼ਨ ਮਾਰਕਸ ਹੋਊਗੀ, ਫਿਰ ਉਹ 5 ਗੁਣਾ ਸੱਦਣਗੇ ਉਦੋਂ ਨੋਰਮਲਾਈਜੇਸ਼ਨ ਕਰਨ ਤੋਂ ਬਾਅਦ। ਠੀਕ ਹੈ ਜੀ, ਉਸ ਤੋਂ ਬਾਅਦ ਲਾਸਟ 2 ਡਿਜਿਟ ਸੇਮ ਨੇ ਤਾਂ ਉਹਨਾਂ ਨੂੰ ਸੱਦਿਆ ਜਾਊਗਾ ਐਕਸੈਕਟਰਾ ਐਕਸੈਕਟਰਾ। ਉਸ ਤੋਂ ਬਾਅਦ ਦ ਕੈਂਡੀਡੇਟਸ ਸ਼ਾਰਟ ਲਿਸਟਡ ਸ਼ੈਲ ਹੈਵ ਟੂ ਬੀ ਅਪੀਅਰ ਇਨ ਦ ਮੇਨ ਐਗਜ਼ਾਮੀਨੇਸ਼ਨ ਸਬਜੈਕਟਿਵ ਜਾਂ ਡਿਸਕ੍ਰਿਪਟਿਵ। ਸਬਜੈਕਟਿਵ ਤੇ ਡਿਸਕ੍ਰਿਪਟਿਵ ਐਗਜ਼ਾਮ ਹੋਊਗਾ, 3 ਘੰਟੇ ਮਿਲਣਗੇ ਜੀ। ਠੀਕ ਹੈ ਜੀ, ਕਿਹੜਾ ਸਬਜੈਕਟ ਹੋਊਗਾ ਹੁਣ ਆਹ ਦੇਖ ਲਓ। ਉਹਦੇ ਵਿੱਚ ਥੋੜੀ ਅੰਗਰੇਜ਼ੀ ਪੁੱਛੀ ਜਾਊਗੀ 150 ਨੰਬਰ ਦੀ। ਇਹਦੀ ਡਿਟੇਲਡ ਵੀਡੀਓ ਮੈਂ ਸ਼ਾਮ ਤੱਕ ਕੰਪਲੀਟ ਇਨਫੋਰਮੇਸ਼ਨ ਲਿਆ ਕੇ ਤੁਹਾਨੂੰ ਪੇਪਰ ਹੀ ਦਿਖਾ ਦਾਂਗੇ, ਸਾਰਾ ਕੁਝ ਕਰ ਦਾਂਗੇ, ਸਮਝਾ ਦਾਂਗੇ। ਫਿਲਹਾਲ ਤੁਸੀਂ ਬਾਈਫਰਕੇਸ਼ਨ ਸਮਝ ਲਓ। GS 50 ਨੰਬਰ ਦੀ, ਇਹ ਸਬਜੈਕਟਿਵ ਲਿਖਿਆ ਹੋਇਆ ਇਹਨਾਂ ਦੇ ਅਕੋਰਡਿੰਗ। ਤੁਸੀਂ ਦੇਖ ਲਓਗੇ ਵੀ ਇਹ ਸਬਜੈਕਟਿਵ ਡਿਸਕ੍ਰਿਪਟਿਵ 3 ਘੰਟਿਆਂ ਦਾ ਹੋਊਗਾ, ਜਿਹਦੇ ਵਿੱਚੋਂ ਇੰਗਲਿਸ਼ ਹੈਗੀ 150 ਨੰਬਰ ਦੀ, ਜਨਰਲ ਨੌਲੇਜ ਹੈਗੀ 50 ਨੰਬਰ ਦੀ, ਪ੍ਰੈਸੀ ਰਾਈਟਿੰਗ ਹੈਗੀ 50 ਨੰਬਰ ਦੀ, ਜਾਂ ਫਿਰ ਹਿੰਦੀ ਜਾਂ ਫਿਰ ਪੰਜਾਬੀ ਦੇ ਵਿੱਚ ਕੋਈ ਵੀ ਤੁਹਾਡੇ ਕੋਲ ਚੋਇਸ ਹੋਊਗੀ। ਠੀਕ ਹੈ, 50 ਨੰਬਰ ਦੀ। ਤਾਂ ਟੋਟਲ ਇਹ 300 ਨੰਬਰ ਦਾ ਪੇਪਰ ਬਣ ਗਿਆ ਜੀ। 300 ਮਾਰਕਸ ਕਿੰਨੇ ਟਾਈਮ 'ਚ ਤੁਸੀਂ ਕਰਨਾ ਜੀ? ਇਹ 3 ਆਵਰਸ। ਠੀਕ ਹੈ ਜੀ, ਜਿਹੜੇ ਪ੍ਰੀ ਪਾਸ ਕਰਨਗੇ 5 ਗੁਣਾ ਬੁਲਾਏ ਜਾਣਗੇ। ਠੀਕ ਹੈ, ਮੇਨਸ ਵਾਸਤੇ ਸਮਝ ਆ ਗਈ ਜੀ ਕਹਾਣੀ। ਪ੍ਰੀ ਪਲੱਸ ਮੇਨਸ, ਪਹਿਲਾਂ ਪ੍ਰੀ ਪੇਪਰ ਹੋਊਗਾ ਜੀ, ਪ੍ਰੀ ਪੇਪਰ ਹੋਊਗਾ, ਉਹਦਾ ਰਿਜ਼ਲਟ ਆਊਗਾ, ਫਿਰ ਉਦੋਂ ਬਾਅਦ 'ਚ 5 ਗੁਣਾ ਸਟੂਡੈਂਟਸ ਸੱਦੇ ਜਾਣਗੇ ਮੇਨਸ ਵਾਸਤੇ। ਜਿਹੜੇ ਸਟੂਡੈਂਟਸ ਨੇ ਪਿਛਲੇ ਸਾਲ ਪਟਵਾਰੀ ਦਿੱਤਾ 2021 'ਚ, ਉਹਨਾਂ ਨੂੰ ਪਤਾ ਹੋਊਗਾ ਵੀ ਕਿਵੇਂ ਕਹਾਣੀ ਹੁੰਦੀ ਹੈ। ਠੀਕ ਹੈ ਜੀ, ਹੁਣ ਪਿਛਲੀ ਵਾਰ 2015 ਦੇ ਵਿੱਚ ਸੇਮ ਸੀ। ਠੀਕ ਹੈ, ਤੇ ਉਦੋਂ ਬਾਅਦ 'ਚ ਤੁਸੀਂ ਦੇਖੋਗੇ ਹਾਂ ਹੁਣ ਇਹ ਚੀਜ਼ ਇੰਪੋਰਟੈਂਟ ਹੈ। नो पर्सन शैल बी कंसिडर टू हैव क्वालिफाइड द मेन रिटन एग्जामिनेशन अनलैस ही और शी ऑब्टेन्स एटलीस्ट 40% मार्क्स कंबाइंड। टोटल ਤੁਸੀਂ ਦੇਖੋਗੇ ਵੀ 40% ਨੰਬਰ ਕੰਬਾਈਨਡ ਐਗਰੀਗੇਟਡ। ਠੀਕ ਹੈ, ਹੋਣੇ ਚਾਹੀਦੇ ਨੇ, ਐਂਡ ਮਿਨੀਮਮ 33% ਮਾਰਕਸ ਇਨ ਈਚ ਸਬਜੈਕਟ। ਹੁਣ ਤੁਸੀਂ ਦੇਖੋਗੇ 33% ਇੰਡੀਵਿਜੂਅਲ ਸਬਜੈਕਟ ਦੇ ਵਿੱਚ ਹੋਣੇ ਚਾਹੀਦੇ ਨੇ, ਲੇਕਿਨ ਟੋਟਲ ਜਿਹੜੇ ਹੈਗੇ ਨੇ 40% ਦੇ ਉੱਤੇ ਹੋਣੇ ਚਾਹੀਦੇ ਨੇ। ਅਗਰ ਤੁਸੀਂ ਇਹ ਕ੍ਰਾਈਟੇਰੀਆ ਕੁਆਲੀਫਾਈ ਕਰੋਗੇ ਫਿਰ ਅੱਗੇ ਤੁਹਾਨੂੰ ਟਾਈਪਿੰਗ ਟੈਸਟ ਵਗੈਰਾ ਲਈ ਬੁਲਾਇਆ ਜਾਊਗਾ। ਠੀਕ ਹੈ ਜੀ, ਉਸ ਤੋਂ ਬਾਅਦ 'ਚ ਨੋ ਵੈਸਟਰਨ ਫॉर द ਟਾਈਪਿੰਗ ਟੈਸਟ ਹਾਈ ਕੋਰਟ ਰਿਜ਼ਰਵ ਆਲ ਰਾਈਟ। ਠੀਕ ਹੈ, ਉਹ ਕਹਿ ਰਿਹਾ ਵੀ ਬਈ ਜ਼ਰੂਰੀ ਨਹੀਂ ਹੈ ਵੇਤੀ ਹੈ, ਅਸੀਂ ਕੱਲ੍ਹ ਨੂੰ ਕੁਝ ਵੀ ਹੋਰ ਵੀ ਕਰ ਸਕਦੇ। ਠੀਕ ਹੈ, ਹੁਣ ਉਹ ਕੀ ਕਹਿ ਰਿਹਾ, ਹੂ ਕੁਆਲੀਫਾਈ ਦਾ ਮੇਨਸ ਰਿਟਨ ਐਗਜ਼ਾਮੀਨੇਸ਼ਨ ਮੇ ਵੀ ਫਰਦਰ ਸ਼ਾਰਟਲਿਸਟਡ ਫॉर ਟਾਈਪਿੰਗ ਕੰਪਿਊਟਰ। ਜਿਹੜੇ ਸਟੂਡੈਂਟਸ ਬਈ ਫਰਦਰ ਸ਼ਾਰਟਲਿਸਟ ਹੋਣਗੇ, ਠੀਕ ਹੈ ਜੀ, ਮੇਨਸ ਵਿੱਚੋਂ ਆਹ ਕ੍ਰਾਈਟੇਰੀਆ ਲਾਉਂਦੇ ਹੋਏ, ਤਾਂ ਉਹਨਾਂ ਨੂੰ ਅੱਗੇ ਕੰਪਿਊਟਰ ਟੈਸਟ ਬੁਲਾਇਆ ਜਾਊਗਾ। ਟਾਈਪਿੰਗ ਤੇ ਕੰਪਿਊਟਰ ਟੈਸਟ ਹੋਊਗਾ, ਇਹ ਇੰਗਲਿਸ਼ ਦਾ, ਤੇ ਇਹਦੇ 'ਚ ਉਹਨਾਂ ਨੇ ਕਿਹਾ ਹੋਇਆ ਐਂਡ ਵਾਈਵਾ ਵੋਇਸ ਦੇ ਵਿੱਚ ਔਰਲ ਟੈਸਟ ਕਾइंड ਔਰਲ ਟੈਸਟ ਹੁੰਦਾ ਜੀ। ਠੀਕ ਹੈ, ਨੋ ਕੈਂਡੀਡੇਟ ਸ਼ੈਲ ਬੀ ਕਾਲਡ ਫॉर ਵਾਈਵਾ ਅਨਲੈਸ ਹੀ ਕੁਆਲੀਫਾਈਜ਼। ਜਦੋਂ ਤੱਕ ਤੁਸੀਂ ਆ ਟਾਈਪਿੰਗ ਕੰਪਿਊਟਰ ਟੈਸਟ ਨਹੀਂ ਕੁਆਲੀਫਾਈ ਕਰਦੇ ਉਦੋਂ ਤੱਕ ਤੁਹਾਨੂੰ ਇਹ ਔਰਲ ਟੈਸਟ ਵਾਸਤੇ ਨਹੀਂ ਬੁਲਾਉਂਦੇ। ਠੀਕ ਹੈ, ਮਿਨੀਮਮ ਸਪੀਡ ਕਿੰਨੀ ਹੋਣੀ ਚਾਹੀਦੀ ਹੈ ਜੀ? 30 ਵਰਡਸ ਪਰ ਮਿੰਟ, ਐਂਡ ਮੈਕਸੀਮਮ ਤੁਸੀਂ ਮਿਸਟੇਕਸ ਕਿੰਨੀਆਂ ਕਰ ਸਕਦੇ ਹੋ? 10% ਮਿਸਟੇਕਸ ਕਰ ਸਕਦੇ ਹੋ ਜੀ। ਠੀਕ ਹੈ, ਜਿਵੇਂ ਤੁਸੀਂ 300 ਵਰਡ ਲਿਖਤੇ ਤਾਂ ਤੁਸੀਂ 300 ਵਰਡ ਦੇ ਵਿੱਚੋਂ ਉਹਦੇ 10% ਮਿਸਟੇਕਸ ਪਰਮਿਸਿਬਲ ਨੇ। ਅਗਰ ਤੁਸੀਂ 11% ਮਿਸਟੇਕਸ ਕਰਤੀਆਂ ਫਿਰ ਤੁਸੀਂ ਡਿਸਕੁਆਲੀਫਾਈ ਹੋ ਜਾਓਗੇ ਭਾਈ। ਠੀਕ ਹੈ ਜੀ, ਉਸ ਤੋਂ ਬਾਅਦ ਦ ਕੈਂਡੀਡੇਟ ਸ਼ਾਰਟਲਿਸਟਡ ਆਫਟਰ ਦ ਮੇਨਸ ਐਗਜ਼ਾਮੀਨੇਸ਼ਨ ਇਨ ਟਾਈਪਿੰਗ ਕੁਐਸਚਨ ਵਿਲ ਹੈਵ ਟੂ ਬੀ ਅਪੀਅਰ ਫॉर ਵਾਈਵਾ ਵੋਇਸ। ਮਤਲਬ ਕੀ ਹੈ, ਜਿਹੜਾ ਔਰਲ ਟੈਸਟ ਹੋਊਗਾ ਵਿਚ ਸ਼ੈਲ ਬੀ ਆਫ 50 ਮਾਰਕਸ। ਇਹ 50 ਨੰਬਰ ਦਾ ਹੋਊਗਾ ਜੀ ਤੁਹਾਡਾ। ਠੀਕ ਹੈ ਜੀ, ਇਹਦੇ ਬਾਰੇ ਡਿਟੇਲਡ ਇਨਫੋਰਮੇਸ਼ਨ ਮੈਂ ਤੁਹਾਨੂੰ ਦੱਸ ਰਿਹਾ ਰਿਟਨ ਬਾਰੇ, ਤੇ ਪਲੱਸ ਇਹਦੇ ਬਾਰੇ ਸਾਰੀ ਡਿਟੇਲਡ ਇਨਫੋਰਮੇਸ਼ਨ ਇੱਕ ਸ਼ਾਮ ਤੱਕ ਕੋਈ ਵੀਡੀਓ ਪਾ ਦਾਂਗੇ, ਉਹ ਸਮਝਾ ਦਾਂਗੇ। ਠੀਕ ਹੈ ਜੀ, ਹੁਣ ਸੌਰੀ ਕੰਪਿਊਟਰ ਬੇਸਡ ਟੈਸਟ ਹੋਊਗਾ, ਮਲਟੀਪਲ ਸ਼ਿਫਟ ਦੇ ਵਿੱਚ ਹੋਊਗਾ, ਨੋਰਮਲਾਈਜੇਸ਼ਨ ਸਕੋਰ ਹੋਊਗੀ ਜੀ, ਸਾਰਾ ਕੁਝ ਵਗੈਰਾ। ਠੀਕ ਹੈ, 5 ਡੈਸੀਮਲ ਤੱਕ ਹੋਊਗਾ ਤੇ ਦੱਸਤਾ ਇਹਨਾਂ ਨੇ। ਉਦੋਂ ਬਾਅਦ 'ਚ ਆਬਜੈਕਸ਼ਨ ਵਗੈਰਾ ਵਾਸਤੇ ਦੱਸਤਾ ਜੀ। ਆਬਜੈਕਸ਼ਨ ਦਾ ਇਹ ਮੌਕਾ ਦਿੰਦੇ ਹੁੰਦੇ ਨੇ ਭਾਈ, ਤੁਸੀਂ ਆਬਜੈਕਸ਼ਨ ਵਗੈਰਾ ਪਾ ਸਕਦੇ ਹੋ ਆਪਣੀ, ਐਂਡ ਉਹਦੇ 'ਤੇ ਫਰਦਰ ਇਹ ਉਹਨੂੰ ਕੰਸੀਡਰ ਕਰਨਗੇ। ਉਸ ਤੋਂ ਬਾਅਦ 'ਚ ਡੈਮੋ ਟੈਸਟ ਬਾਰੇ ਦੱਸਿਆ ਜੀ। ਇੱਕ ਤਾਂ ਐਡਮਿਟ ਕਾਰਡਸ ਵਗੈਰਾ ਵੈਬਸਾਈਟ 'ਤੇ ਆ ਜਾਂਦੇ ਨੇ ਜੀ। ਇੱਕ ਡੈਮੋ ਟੈਸਟ ਬਾਰੇ, ਜਿਹੜਾ ਡੈਮੋ ਟੈਸਟ ਹੈ 15 ਕੁ ਦਿਨ ਪਹਿਲਾਂ ਇਹ ਸੇਮ ਜਿਵੇਂ ਉਹ ਟੈਸਟ ਹੋਊਗਾ 15 ਕੁ ਦਿਨ ਪਹਿਲਾਂ ਤੁਹਾਡੀ ਵੈਬਸਾਈਟ 'ਤੇ ਆ ਜਾਊਗਾ।
ਤੇ ਤੁਸੀਂ ਤੁਹਾਡੇ ਜਾਂ ਤਾਂ ਈਮੇਲ ਆਊਗਾ ਜਾਂ ਫਿਰ ਤੁਹਾਨੂੰ ਮੈਸੇਜ ਆ ਜਾਊਗਾ, ਕੁਛ ਨਾ ਕੁਛ ਹੋਊਗਾ, ਤੇ ਤੁਸੀਂ ਉੱਥੇ ਵੈਬਸਾਈਟ ਤੇ ਜਾ ਕੇ, ਇਹਨਾਂ ਦੀ ਵੈਬਸਾਈਟ ਤੇ ਜਾ ਕੇ ਡੈਮੋ ਟੈਸਟ ਨੂੰ ਅਟੈਂਪਟ ਕਰ ਸਕਦੇ ਹੋ, ਠੀਕ ਹੈ, ਤਾਂ ਕਿ ਤੁਹਾਨੂੰ ਪਤਾ ਚੱਲ ਜਾਵੇ ਕਿਸ ਤਰੀਕੇ ਦਾ ਪੇਪਰ ਹੁੰਦਾ। ਉਸ ਤੋਂ ਬਾਅਦ ਜਿਹੜਾ ਪੇਪਰ ਦੀ ਡੇਟ ਹੈ ਜੀ, ਇਹ ਇੰਪੋਰਟੈਂਟ ਹੈ। ਇਹਨਾਂ ਨੇ ਲਿਖਿਆ ਹੈ ਮਈ ਜਾਂ ਫਿਰ ਜੂਨ 2023 ਦੇ ਵਿੱਚ ਹੋ ਜੂ, ਤਾਂ ਤੁਸੀਂ ਮੰਨ ਕੇ ਚਲੋ ਵੀ ਲਗਭਗ ਅਗਰ ਇਹ ਮਈ ਐਂਡ ਦੇ ਵਿੱਚ ਆਪਾਂ ਮੰਨ ਕੇ ਚੱਲਦੇ ਹਾਂ ਤਾਂ ਮਾਰਚ, ਅਪ੍ਰੈਲ, ਮਈ, ਤਾਂ 3 ਮਹੀਨੇ ਹੈਗੇ ਨੇ ਜੀ, ਇਹ ਮੰਨ ਕੇ ਚੱਲੋ ਮੈਕਸਿਮਮ ਨੇ ਜੀ ਇਹ, ਠੀਕ ਹੈ। ਜੂਨ ਦੇ ਵਿੱਚ ਚਲੇ ਜਾਂਦੇ 3.5 2.5 ਮਹੀਨੇ ਤੋਂ ਲੈ ਕੇ 3.5 ਮਹੀਨੇ ਨੇ ਜੀ, ਠੀਕ ਹੈ, ਸਿੱਧੀ ਜੀ ਗੱਲ ਇਹ ਹੈ। ਹੁਣ ਬਈ ਅਸੀਂ ਕੀ ਆਫਰ ਕਰ ਰਹੇ ਹਾਂ, ਸਪੈਸ਼ਲ ਬੈਚ ਲੈ ਕੇ ਆਏ ਹਾਂ। ਇਹ ਪ੍ਰੀ ਰਿਕਾਰਡਡ ਬੈਚ ਹੈ, ਅਪਡੇਟਡ ਕੰਟੈਂਟ ਹੈ, ਲਾਈਵ ਬੈਚ। ਅਗਰ ਤੁਸੀਂ ਕਿਤੇ ਜੁਆਇਨ ਕਰੋਗੇ ਵੀ ਤਾਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਸਿਲੇਬਸ ਇੰਨਾ ਹੈ ਜੀ, ਇੰਨਾ ਸਿਲੇਬਸ 2.5 ਮਹੀਨਿਆਂ 'ਚ ਲਾਈਵ ਕਵਰ ਕਰਨਾ ਇਜ਼ ਵੈਰੀ ਡਿਫਿਕਲਟ। ਇੱਕ ਅੱਧਾ ਸਬਜੈਕਟ ਚੱਲ ਜਾਂਦਾ ਹੁੰਦਾ ਕਿਉਂਕਿ ਖਿੱਚ ਕੇ ਤੁਸੀਂ ਕਰਵਾ ਦੋਗੇ, ਲੇਕਿਨ ਸਾਰੇ ਸਬਜੈਕਟ ਲਾਈਵ ਕਰਨੇ ਬਹੁਤ ਔਖੇ ਨੇ। ਰਿਕਾਰਡਡ, ਪ੍ਰੀ ਰਿਕਾਰਡਡ ਦੇ ਵਿੱਚ ਕੀ ਬੈਨੀਫਿਟ ਹੁੰਦਾ ਜੀ ਕਿ ਤੁਸੀਂ, ਤੁਹਾਨੂੰ ਪਤਾ ਲੱਗ ਗਿਆ ਵੀ ਇੰਨਾ ਕੰਟੈਂਟ ਹੈ ਜੀ, ਠੀਕ ਹੈ, 500 ਘੰਟੇ ਦਾ ਕੰਟੈਂਟ ਹੈ, ਤੁਹਾਨੂੰ ਪਤਾ ਲੱਗ ਗਿਆ ਵੀ ਮੇਰੇ ਕੋਲੇ 30 + 75 ਜਾਂ 80 ਦਿਨ ਨੇ, ਜਾਂ ਮੇਰੇ ਕੋਲੇ 90 ਦਿਨ ਨੇ, ਤਾਂ 90 ਦਿਨਾਂ ਦੇ ਵਿੱਚ ਮੈਂ 500 ਘੰਟੇ ਦਾ ਕੰਟੈਂਟ ਖਤਮ ਕਰਨਾ ਹੈ। ਇੱਕ ਦਿਨ ਦੇ ਵਿੱਚ ਮੈਂ 20 ਘੰਟੇ ਦਾ ਕੰਟੈਂਟ ਕਰਨਾ, ਇੱਕ ਦਿਨ ਦੇ ਵਿੱਚ ਮੈਂ 10 ਘੰਟੇ ਦਾ ਕੰਟੈਂਟ ਕਰਨਾ, ਮੈਂ ਇੰਨੀ ਪ੍ਰੈਕਟਿਸ ਕਰਨੀ ਹੈ, ਤਾਂ ਉਹ ਤੁਸੀਂ ਪ੍ਰੋਪਰ ਟਾਈਮ ਟੇਬਲ ਬਣਾ ਸਕਦੇ ਹੋ। ਤਾਂ ਤੁਸੀਂ ਰਿਕਾਰਡਡ ਬੈਚ ਕਰੋਗੇ ਤਾਂ ਹੀ ਤੁਹਾਨੂੰ ਬੈਨੀਫਿਟ ਹੋਊਗਾ, ਤਾਂ ਹੀ ਸਕਸੈਸ ਰੇਟ ਜ਼ਿਆਦਾ ਹੋਊਗਾ। ਐਂਡ ਅਸੀਂ ਜਿਹੜਾ ਲੈ ਕੇ ਆਏ ਹਾਂ ਬੈਚ, ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦੇਣਾ। ਐਂਡ ਜਿਹੜੇ ਸਟੂਡੈਂਟਸ ਤਿਆਰੀ ਕਰਨਗੇ, ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਜੀ, ਨਾਲ ਤੁਸੀਂ ਡਿਸਕ੍ਰਿਪਟਿਵ ਦੀ ਤਿਆਰੀ ਕਰਨੀ ਹੈ ਜੀ, ਥੋੜੀ ਹੈ ਨਾ, ਦਿਨ ਦੇ ਵਿੱਚ ਥੋੜੀ ਡਿਸਕ੍ਰਿਪਟਿਵ ਦੀ ਤਿਆਰੀ ਕਰਨੀ ਹੈ। ਉਹ ਮੈਂ ਤੁਹਾਨੂੰ ਦੱਸੂਗਾ ਵੀ ਕਿਵੇਂ ਕਰਨੀ ਹੈ। ਤੇ ਕੁਝ ਜਿਹੜੇ ਸੀਰੀਅਸ ਐਸਪੀਰੈਂਟਸ ਹੋਣਗੇ ਉਹਨਾਂ ਲਈ ਕੁਝ ਮੈਂ ਦੱਸੂਗਾ, ਸਾਰਾ ਕੁਝ ਗੱਲ ਕਰਦੇ ਹਾਂ। ਇੱਕ ਤਾਂ ਜਨਰਲ ਨੌਲੇਜ ਤੁਹਾਨੂੰ ਦੱਸਤਾ ਜੀ, ਜੀਕੇ, ਮੈਥਮੈਟਿਕਸ ਹੋ ਗਿਆ, ਇੰਗਲਿਸ਼ ਹੋ ਗਈ, ਰੀਜਨਿੰਗ ਆਤੇ ਨੇ, ਰੀਜਨਿੰਗ ਦੇ ਪਾਰਟ ਨੇ, ਇਹ ਸਟੈਟਿਕ ਹੋ ਗਿਆ, ਸਾਰਾ ਕੁਝ ਕਵਰ ਹੋਊਗਾ, 0 ਲੈਵਲ ਤੋਂ ਕਵਰ ਹੋਊਗਾ ਜੀ। ਐਂਡ ਰਿਜ਼ਲਟ ਓਰੀਐਂਟਡ ਬੈਚ ਹੋਊਗਾ। ਪਿਛਲੀ ਵਾਰ ਜਿਹੜਾ 2022 ਦੇ ਵਿੱਚ ਹੋਇਆ, ਡਿਸਕ੍ਰਿਪਟਿਵ ਦੇ ਵਿੱਚ ਕੋਈ ਵੀ ਇਹੋ ਜਿਹਾ ਇੱਕ ਅੱਧਾ ਕੋਈ ਸ਼ਿਫਟ ਹੋਊਗੀ ਜਿਹਦੇ ਵਿੱਚ ਆਪਣਾ ਟੌਪਿਕ ਨਹੀਂ ਫਸਿਆ, ਅਦਰਵਾਈਜ਼ ਐਸੇ, ਲੈਟਰ ਈਵਨ ਕਿ ਆਲਮੋਸਟ ਸੇਮ, ਠੀਕ ਹੈ ਜੀ। ਰੇਲਵੇ ਵਾਲੀ ਮੈਨੂੰ ਹਜੇ ਵੀ ਯਾਦ ਹੈ, ਰੇਲਵੇ ਵਾਲੀ ਡਿਟੋ ਲੈਟਰ ਆ ਗਈ ਸੀ ਜੀ। ਐਂਡ ਇੱਕ ਸਕੂਲ ਦੇ ਵਿੱਚ ਆਲਮੋਸਟ ਸੇਮ, ਸਟੂਡੈਂਟਸ ਨੂੰ ਜਿਹੜੇ ਟ੍ਰਿਕਸ ਸਿਖਾਈਆਂ ਸੀ, ਜਿਹੜੀ ਚੀਜ਼ਾਂ ਸਿਖਾਈਆਂ ਸੀ, ਕਾਫੀ ਬੈਨੀਫੀਸ਼ੀਅਲ ਰਹੀਆਂ ਸੀ। ਤਾਂ ਸੇਮ ਵੀ ਉਹੀ ਪੂਰੀ ਕੋਸ਼ਿਸ਼ ਕਰਾਂਗੇ ਇਹਦੇ ਵਿੱਚ। ਤਾਂ ਹੁਣ ਤੁਸੀਂ ਦੇਖੋਗੇ ਕੰਪਲੀਟ ਇੱਕ ਤਾਂ ਥਿਓਰੀ ਹੋਊਗੀ, ਸਾਰੇ ਸਬਜੈਕਟਸ ਦੀ ਥਿਓਰੀ ਹੋਊਗੀ ਜੀ, ਪਲੱਸ ਕੀ ਹੋਊਗਾ, ਕੰਪਲੀਟ ਪ੍ਰੈਕਟਿਸ ਬੈਚ ਵੀ ਇਹਦੇ ਵਿੱਚ ਹੀ ਐਡਡ ਹੋਊਗਾ ਜੀ, ਜਿਹਦੇ ਵਿੱਚ ਲਗਭਗ ਅਪਰੋਕਸੀਮੇਟਲੀ 7000 MCQs ਪਲੱਸ ਕਵਰ ਨੇ ਜੀ। ਪਹਿਲਾਂ ਥਿਓਰੀ ਸਾਰੀ ਕਵਰ ਕਰੋਗੇ ਜੀ, ਫਿਰ ਤੁਸੀਂ ਪ੍ਰੈਕਟਿਸ ਬੈਚ ਲਗਾਓਗੇ ਜੀ, ਠੀਕ ਹੈ। ਤੇ ਉਸ ਤੋਂ ਇਲਾਵਾ ਅਸੀਂ ਹੋਰ ਐਡੀਸ਼ਨਲ ਪ੍ਰੈਕਟਿਸ ਟੈਸਟ ਵੀ ਤੁਹਾਨੂੰ ਪ੍ਰੋਵਾਈਡ ਕਰਾਂਗੇ, ਠੀਕ ਹੈ। GS ਦੇ ਟੌਪਿਕ ਵਾਈਜ਼ ਟੈਸਟ, ਮੈਥਮੈਟਿਕਸ ਦੇ ਐਂਡ ਇੰਗਲਿਸ਼ ਦੇ, ਸਾਰੀ ਚੀਜ਼ਾਂ ਦੀ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਟੌਪਿਕ ਵਾਈਜ਼ ਟੈਸਟ ਵੀ ਪੂਰੇ ਪ੍ਰੋਪਰ ਕਰੀਏ ਜੀ। ਕੁਝ ਬਣੇ ਹੋਏ ਨੇ, ਕੁਝ ਅਸੀਂ ਬਣਾ ਰਹੇ ਹਾਂ, ਸਾਰਾ ਕੁਝ ਬੈਚ ਦੇ ਵਿੱਚ ਅਪਲੋਡ ਹੋਣਾ ਸ਼ੁਰੂ ਹੋ ਜਾਊਗਾ ਜੀ, ਠੀਕ ਹੈ। ਤੇ ਹੁਣ ਤੁਸੀਂ ਦੇਖੋਗੇ ਸਪੈਸ਼ਲ ਡਾਊਟ ਗਰੁੱਪ। ਇਹ ਡਾਊਟ ਗਰੁੱਪ ਦਾ ਬਹੁਤ ਮਹੱਤਵ ਹੋਊਗਾ। ਇਹਦੇ ਵਿੱਚ ਡੈਡੀਕੇਟਿਡ ਤੁਹਾਡੇ GS ਦੇ, ਤੁਹਾਡੇ ਮੈਥਮੈਟਿਕਸ ਦੇ, ਇੰਗਲਿਸ਼ ਦੇ ਤੇ ਰੀਜ਼ਨਿੰਗ ਦੇ ਡਾਊਟ ਫੈਕਲਟੀ ਐਡਡ ਹੋਣਗੇ, ਜਿਹੜੇ ਕਿ ਤੁਸੀਂ ਡਾਊਟਸ ਹੋਣਗੇ, ਜੈਨੂਇਨ ਸਟੂਡੈਂਟ ਡਾਊਟ ਪੁੱਛਣਗੇ, ਅਸੀਂ ਉਹ ਡਾਊਟ ਹੈਲਪ ਕਰਾਂਗੇ। ਬੈਚ ਦੀ ਫੀਸ ਵੈਸੇ 4000 ਹੈ ਜੀ, ਲੇਕਿਨ ਡਿਸਕਾਊਂਟ ਦੇ ਵਿੱਚ 2600 ਹੈ। ਇਸ 'ਤੇ ਵੀ ਇੱਕ ਆਫਰ ਹੈ, ਜਿਹੜੇ ਸਟੂਡੈਂਟ ਦੇਖਣਾ ਚਾਹੁੰਦੇ ਨੇ ਉਹ ਦੇਖ ਸਕਦੇ ਨੇ ਜੀ। ਹੁਣ ਜਿਹੜਾ ਇਹ ਵਾਲਾ ਆਫਰ ਹੈ ਜੀ, ਕੀ ਹਾਈ ਕੋਰਟ ਟਾਰਗੇਟ ਬੈਚ ਜਿਹੜਾ ਹੈਗਾ, ਵੈਸੇ ਜਿਹੜਾ ਹੈਗਾ ਜੀ 4000 ਰੁਪਏ ਦਾ, ਲੇਕਿਨ 2600 ਦਾ ਦੇ ਰਹੇ ਹਾਂ ਇਹਨੂੰ ਕੱਟ ਕੇ। ਉਹਨੂੰ 2600 ਦਾ ਵੀ ਡਿਸਕਾਊਂਟ ਕਰਕੇ ਕਿੰਨੇ ਦਾ ਮਿਲ ਜੂਗਾ ਜੀ ਤੁਹਾਨੂੰ, 1999 ਦਾ ਮਿਲ ਜੂਗਾ ਜੀ। ਤੁਸੀਂ ਇਲੈਕਟ੍ਰਿਕ ਇੰਗਲਿਸ਼ ਐਪ ਜਾਂ ਫਿਰ ਇਲੈਕਟ੍ਰਿਕ ਇੰਗਲਿਸ਼ ਦੀ ਵੈਬਸਾਈਟ, ਜਾਂ ਤਾਂ ਵੈਬਸਾਈਟ ਵਿਜ਼ਿਟ ਕਰ ਲਓ ਜਾਂ ਫਿਰ ਐਪ ਇਲੈਕਟ੍ਰਿਕ ਇੰਗਲਿਸ਼ ਡਾਊਨਲੋਡ ਕਰ ਲਓ। ਕੂਪਨ ਕੋਡ ਉੱਥੇ ਅਪਲਾਈ ਕਰਨਾ ਜੀ, EE106। ਨਵੀਂ ਐਪ ਹੋਣੀ ਚਾਹੀਦੀ ਹੈ ਜੀ, ਇੱਕ ਚੀਜ਼ ਦਾ ਧਿਆਨ ਰੱਖਣਾ, ਨਵੀਂ ਐਪ ਦਾ ਇੰਟਰਫੇਸ ਮੈਂ ਤੁਹਾਨੂੰ ਦਿਖਾ ਦੇਣਾ ਜੀ। ਇਸ ਤਰੀਕੇ ਦਾ ਨਵੀਂ ਐਪ ਦਾ ਇੰਟਰਫੇਸ ਹੈ ਜੀ, ਠੀਕ ਹੈ। ਆਹ ਇੰਟਰਫੇਸ ਹੈ ਨਵੀਂ ਐਪ ਦਾ, ਤੇ ਇਹ ਚੀਜ਼ ਤੁਸੀਂ ਧਿਆਨ ਰੱਖਣਾ, ਠੀਕ ਹੈ। ਹੁਣ ਅਗਰ ਤੁਸੀਂ ਸਾਰੀ ਤਿਆਰੀ ਕਰਨੀ ਹੈ, ਇੱਕ ਆਪਸ਼ਨ ਦਾ ਤੁਹਾਡੇ ਕੋਲ ਇਹ ਹੈਗਾ ਜੀ। ਇੱਕ ਆਪਸ਼ਨ ਕੀ ਹੈ ਵੀ ਤੁਸੀਂ ਜਿਵੇਂ ਪਟਵਾਰੀ ਦੀ ਵੀ ਤਿਆਰੀ ਕਰ ਰਹੇ ਹੋ, ਤੁਸੀਂ ਇਹਦੀ ਵੀ ਤਿਆਰੀ ਕਰ ਰਹੇ ਹੋ, ਅੱਗੇ ਫੂਡ ਇੰਸਪੈਕਟਰ ਦੀ ਕੋਈ ਜੌਬ ਆਉਂਦੀ ਹੈ, ਹੋਰ ਬਹੁਤ ਸਾਰੀਆਂ ਜੌਬਸ ਆਉਣੀਆਂ ਨੇ, ਉਹ ਜਿਹੜੀਆਂ ਸਾਰੀਆਂ ਜੌਬਸ ਦੀ ਤੁਸੀਂ ਤਿਆਰੀ ਕਰਨੀ ਹੈ, ਉਹਦੇ ਲਈ ਕਿਹੜਾ ਬੈਚ ਹੈ ਜੀ, ਲਕਸ਼ਯ ਮਾਸਟਰ ਬੈਚ ਪੰਜਾਬ। ਇਹ ਵਾਲਾ ਬੈਚ ਕਰ ਸਕਦੇ ਹੋ। ਵੈਸੇ ਇਹ ਅਸੀਂ 5100 ਦਾ ਦਿੰਦੇ ਹਾਂ ਜੀ, ਠੀਕ ਹੈ, ਲੇਕਿਨ ਇਹ ਡਿਸਕਾਊਂਟ ਕਰਕੇ ਹੁਣ 3100 ਦਾ ਦੇ ਰਹੇ ਹਾਂ। ਤੇ ਇਹ ਫਰਕ, ਮੇਜਰ ਫਰਕ ਕੀ ਹੈ, ਬਾਕੀ ਸਬਜੈਕਟ ਸਾਰੇ ਕਵਰ ਹੋਣਗੇ, ਪਲੱਸ ਇਹਦੀ ਜਿਹੜੀ ਵੈਲਿਡਿਟੀ ਹੈ ਐਗਜ਼ਾਮ ਤੱਕ ਹੋਊਗੀ, ਕਿਉਂਕਿ ਟਾਰਗੇਟ ਐਗਜ਼ਾਮ ਹੈ ਤੁਹਾਡਾ, ਠੀਕ ਹੈ। ਇਹਦੀ ਵੈਲਿਡਿਟੀ 1 ਸਾਲ ਦੀ ਹੋਊਗੀ, ਪਲੱਸ ਇਹਦੇ ਵਿੱਚ ਤੁਹਾਨੂੰ ਇਹ ਜਿਹੜੀ 31000 ਦੀ ਅਲੱਗ ਤੋਂ ਤੁਸੀਂ ਬੁੱਕ ਲਓਗੇ, ਇਹ ਬੁੱਕ ਵੀ ਇਹਦੇ ਵਿੱਚ ਤੁਹਾਡੇ ਘਰੇ ਆਊਗੀ, ਠੀਕ ਹੈ। ਤਾਂ ਹੁਣ ਇਹ ਤੁਸੀਂ ਡਿਸਾਈਡ ਕਰਨਾ ਹੈ, ਅਗਰ ਤੁਸੀਂ ਪਟਵਾਰੀ ਵਾਲਾ ਐਗਜ਼ਾਮ ਕਰਨਾ ਹੈ, ਹੁਣ ਜਿਵੇਂ ਪਟਵਾਰੀ ਵਾਲਾ ਐਗਜ਼ਾਮ ਹੈ, ਜਾਂ ਤੁਸੀਂ ਆਹ ਵਾਲੀ ਬੈਚ ਦੇ ਵਿੱਚ ਕੀ ਫਰਕ ਹੈ ਜੀ, ਤੁਸੀਂ ਇੱਕ ਵਾਰ ਆਹ ਵਾਲੀ ਵੀਡੀਓ ਦੇਖ ਲਿਓ, ਠੀਕ ਹੈ ਜੀ। ਪਟਵਾਰੀ ਬੈਚ ਵਰਸਸ ਲਕਸ਼ਯ ਬੈਚ, ਤੁਹਾਨੂੰ ਲਕਸ਼ਯ ਬੈਚ ਦੀ ਇੰਪੋਰਟੈਂਸ ਸਮਝ ਆ ਜਾਊਗੀ, ਨਾਲ ਤੁਹਾਨੂੰ ਪਤਾ ਚੱਲ ਜੂਗਾ ਵੀ ਇਹਦੇ ਵਿੱਚ ਜਿਹੜੀਆਂ ਅਸਾਈਨਮੈਂਟਾਂ ਮਿਲਦੀਆਂ ਨੇ ਕਿਵੇਂ ਮਿਲਦੀਆਂ ਨੇ, ਉਹ ਅਸਾਈਨਮੈਂਟ ਵਗੈਰਾ ਕੰਟੈਂਟ ਤੁਹਾਨੂੰ ਸਾਰਾ ਕੁਝ ਇਹਦੇ ਵਿੱਚ ਵੀ ਮਿਲੂਗਾ, ਠੀਕ ਹੈ। ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ, ਤੁਸੀਂ ਅਕੋਰਡਿੰਗਲੀ ਇਹ ਤਿਆਰੀ ਕਰ ਸਕਦੇ ਹੋ। ਇਹਦੇ ਵਿੱਚ ਤੁਹਾਨੂੰ ਮੰਜ਼ਿਲ ਬੈਚ ਵੀ ਮਿਲੂਗਾ ਜੀ, ਠੀਕ ਹੈ। ਤਾਂ ਇਹਦੇ ਵਿੱਚ ਤੁਹਾਨੂੰ ਜਿਵੇਂ ਪੰਜਾਬੀ ਪੇਪਰ ਇਹ ਹੋ ਗਿਆ, ਬਾਕੀ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਪੰਜਾਬੀ, ਕਿਉਂਕਿ ਉਹਦੇ ਵਿੱਚ ਪੰਜਾਬੀ ਨਹੀਂ ਆ ਰਹੀ,
ਆਬਜੈਕਟਿਵ ਟਾਈਪ ਨਹੀਂ ਆ ਰਹੀ ਤਾਂ ਇਹ 'ਚ ਉਹ ਨਹੀਂ ਕਰਾਈ ਜਾਣੀ, ਇਹ 'ਚ ਕੰਪਿਊਟਰ ਨਹੀਂ ਕਰਾਇਆ ਜਾਣਾ, ਇਹ 'ਚ ਕੋਈ BPSC ਦੇ ਕੰਟੈਂਟ ਨਹੀਂ ਹੋਣਾ। ਅਗਰ ਤੁਸੀਂ ਬਾਕੀ ਸਾਰੇ ਐਗਜ਼ਾਮਸ ਦੀ ਵੀ ਤਿਆਰੀ ਕਰ ਰਹੇ ਹੋ ਤਾਂ ਫਿਰ ਲਕਸ਼ਯ ਬੈਚ ਵੱਲ ਜਾਇਓ ਜੀ, ਤੁਹਾਨੂੰ ਬੁੱਕ ਵੀ ਮਿਲੂਗੀ ਇਹਦੇ ਵਿੱਚ। ਅਗਰ ਤੁਹਾਡਾ ਟਾਰਗੇਟ ਸਿਰਫ ਹਾਈ ਕੋਰਟ ਹੀ ਹੈ ਫਿਰ ਤੁਸੀਂ ਆਹ ਵਾਲਾ ਦੇਖ ਸਕਦੇ ਹੋ, ਠੀਕ ਹੈ ਜੀ। ਬਾਕੀ ਮੈਂ ਤੁਹਾਨੂੰ ਦੱਸਤਾ ਜੀ ਜਿਹੜੀ ਇਹਦੀ ਬਾਕੀ ਡਿਟੇਲਡ ਇਨਫੋਰਮੇਸ਼ਨ ਹੈ, ਠੀਕ ਹੈ ਜੀ। ਆਹ ਤਾਂ ਆਲਮੋਸਟ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਦਾ ਸਾਰਾ ਜਿਹੜਾ ਕੰਟੈਂਟ ਹੈ ਉਹ ਅਸੀਂ ਇਹ ਬੈਚ ਦੇ ਵਿੱਚ ਪ੍ਰੋਵਾਈਡ ਕਰੀਏ, ਠੀਕ ਹੈ। ਸਾਡੀ ਸਾਰੀ ਇਹੀ ਕੋਸ਼ਿਸ਼ ਰਹੂਗੀ ਕਿ ਇਹ ਵਾਲਾ ਜਿਹੜਾ ਸਾਰਾ ਕੰਟੈਂਟ ਇਹਦੇ ਵਿੱਚ ਵੀ ਅਸੀਂ ਇਹੀ ਬੈਚ ਦੇ ਵਿੱਚ ਪ੍ਰੋਵਾਈਡ ਕਰੀਏ, ਠੀਕ ਹੈ ਜੀ। ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਤੁਸੀਂ ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ। ਦਿਸ ਇਜ਼ ਵਿਜੇਂਦਰ ਸਾਈਨਿੰਗ ਆਫ ਬਾਏ, ਆਲ ਦ ਬੈਸਟ।